देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਚੰਡੀਗੜ੍ਹ ਦੇ ਨਾਲ ਮੋਹਾਲੀ ਤੇ ਪੰਚਕੂਲਾ ਦੀ ਗੱਲ ਕਰੀਏ ਤਾਂ ਇਹ ਟਰਾਈ ਸਿਟੀਆਂ ਤਿੰਨ ਰਾਜਾਂ ਦੇ ਨਾਲ ਸੰਬੰਧਿਤ ਨੇ ਤੇ ਜਦੋਂ ਇਹਨਾਂ ਨੂੰ ਵਸਾਇਆ ਗਿਆ ਤਾਂ ਉਹ ਚੰਡੀਗੜ੍ਹ ਦੇ ਪੈਟਰਨ ਦੇ ਉੱਤੇ ਵਸਾਇਆ ਗਿਆ ਸੀ ਤਾਂ ਕਿ ਲੋਕਾਂ ਨੂੰ ਰਹਿਣ ਵਾਸਤੇ ਇੱਕ ਹਰਿਆ ਭਰਿਆ ਵਾਤਾਵਰਣ ਮਿਲ ਸਕੇ, ਉਹਨਾਂ ਨੂੰ ਆਕਸੀਜਨ ਭਰਪੂਰ ਮਾਤਰਾ ਦੇ ਵਿੱਚ ਮਿਲ ਸਕੇ, ਜਿਸ ਕਰਕੇ ਪ੍ਰਸ਼ਾਸਨ ਵੱਲੋਂ ਬਕਾਇਦਾ ਹਰ ਇੱਕ ਜੋ ਕਲੋਨੀ ਸੀ ਜੋ ਉਹਨਾਂ ਦੀ ਜਿੱਥੇ ਲੋਕ ਰਹਿੰਦੇ ਹੈਗੇ ਨੇ ਉੱਥੇ ਬਕਾਇਦਾ ਪਾਰਕਾਂ ਦੀ ਜਗ੍ਹਾ ਛੱਡੀ ਗਈ ਤੇ ਹਰ ਇੱਕ 10 ਫੁੱਟ ਦੇ ਉੱਤੇ ਇੱਕ ਦਰਖਤ ਲਗਾਇਆ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆ ਸਕੇ। ਪਰੰਤੂ ਜਦੋਂ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਸਿਵਲਾਈਜੇਸ਼ਨ ਨੂੰ ਇੱਕ ਧੱਕਾ ਜ਼ਰੂਰ ਵੱਜਦਾ ਹੈ, ਇੱਕ ਸੈਟਬੈਕ ਜ਼ਰੂਰ ਵੱਜਦਾ। ਕੁਛ ਅਜਿਹਾ ਹੀ ਹੁਣ ਟਰਾਈ ਸਿਟੀ ਦੇ ਵਿੱਚ ਚੱਲ ਰਿਹਾ ਜਿਸ ਦੀ ਕਿ ਕੁਛ এনवायरमेंट ਦੇ ਨਾਲ ਆਪਣਾ ਇੱਕ ਰਿਸ਼ਤਾ ਰੱਖਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਖਟਕ ਰਹੀ ਹੈ ਤੇ ਉਹਨਾਂ ਨੇ ਇਹਦੇ ਖਿਲਾਫ ਆਵਾਜ਼ ਵੀ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਗੱਲ ਕਰ ਰਿਹਾ ਹਾਂ ਕਿ ਜੋ ਦਰਖਤ ਹੈਗੇ ਨੇ ਟਰਾਈ ਸਿਟੀ ਦੇ ਵਿੱਚ ਉਹ ਹੁਣ ਮਰ ਰਹੇ ਨੇ ਕਿਉਂਕਿ ਉਹਨਾਂ ਦਾ ਦਮ ਘੁੱਟ ਰਿਹਾ, ਜਿਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈਗੀ ਹੈ ਕਿ ਜਦੋਂ ਡਿਵੈਲਪਮੈਂਟ ਕੀਤੀ ਜਾਂਦੀ ਹੈ, ਸੜਕ ਬਣਦੀ ਹੈ ਜਾਂ ਪੇਵਰ ਬਲਾਕ ਲਗਾਏ ਜਾਂਦੇ ਨੇ ਜਾਂ ਸਟਰੀਟਸ ਦਾ ਪੁਨਰ ਨਿਰਮਾਣ ਹੁੰਦਾ ਤਾਂ ਦਰਖਤਾਂ ਦੀਆਂ ਜੋ ਜੜ੍ਹਾਂ ਨੇ ਉਹਨਾਂ ਨੂੰ ਨੰਗਿਆ ਨਹੀਂ ਰੱਖਿਆ ਜਾਂਦਾ ਤੇ ਉਹ ਕੰਕਰੀਟ ਜਿਹੜਾ ਹੈ, ਉਹ ਜਿਹੜੀ ਸੜਕ ਹੈ, ਬਿਟੂਮਨ ਹੈ, ਉਹ ਸਾਰਾ ਉਹਨਾਂ ਦੀਆਂ ਜੜ੍ਹਾਂ ਤੱਕ ਚੜਾ ਦਿੱਤਾ ਜਾਂਦਾ ਤੇ ਥੋੜ੍ਹੇ ਸਾਲਾਂ ਬਾਅਦ ਹੀ ਪਾਣੀ ਨਾ ਮਿਲਣ ਕਾਰਨ ਜਿਹੜਾ ਦਰਖਤ ਹੈ ਉਹ ਸੁੱਕ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ। ਇਸੇ ਚੀਜ਼ ਦਾ ਨੂੰ ਇੱਕ ਆਪਣੀ ਆਵਾਜ਼ ਬਣਾ ਕੇ ਲੜ ਰਹੇ ਨੇ। ਮੇਰੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਇਰੀਗੇਸ਼ਨ ਤੋਂ ਸਰਦਾਰ ਐਚ.ਐਸ. ਮਿਨਹਾਸ, ਜਿਨ੍ਹਾਂ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਹੈ, ਜਵਾਬ ਮੰਗਿਆ ਹੈਗਾ। ਮੋਹਾਲੀ ਦੀ ਗੱਲ ਕਰੀਏ ਤਾਂ ਗਮਾਡਾ ਤੋਂ, ਪੁੱਡਾ ਤੋਂ ਤੇ ਜੋ ਮਿਊਨਿਸਪਲ ਕਾਰਪੋਰੇਸ਼ਨ ਹੈਗੀਆਂ ਉਹਨਾਂ ਦੇ ਕੋਲੋਂ ਤੇ NGT ਤੱਕ ਇਹਨਾਂ ਨੇ ਇਹ ਆਪਣੀ ਆਵਾਜ਼ ਪਹੁੰਚਾਈ ਹੈ। ਬਾਕੀ ਦੀ ਗੱਲਬਾਤ ਕਰਦੇ ਹਾਂ ਕਿ ਆਵਾਜ਼ ਪਹੁੰਚਾਉਣ ਤੋਂ ਬਾਅਦ ਇਹਨਾਂ ਨੂੰ ਰਿਸਪੌਂਸ ਕੀ ਮਿਲਿਆ ਤੇ ਕੀ ਕੁਛ ਹੈ ਜਿਹੜਾ ਇਹਨਾਂ ਨੂੰ ਖਟਕ ਰਿਹਾ ਤੇ ਨਹੀਂ ਚਾਹੁੰਦੇ ਕਿ ਇਹ ਸਿਵਲਾਈਜੇਸ਼ਨ ਦੇ ਅੰਦਰ ਹੋਣਾ ਚਾਹੀਦਾ ਹੈਗਾ। ਮਿਨਾਸ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਮਿਨਾਸ ਸਾਹਿਬ, ਪਹਿਲਾਂ ਇਹ ਦੱਸੋ ਕਿ ਕੀ ਪ੍ਰੋਬਲਮ ਹੈਗੀ ਜਿਹਦੇ ਕਰਕੇ ਤੁਸੀਂ ਇਹ ਆਵਾਜ਼ ਉਠਾਈ ਹੈ? ਦੇਖੋ, ਜਦੋਂ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਗਮਾਡਾ ਜਾਂ ਇੰਡਸਟਰੀ ਡਿਪਾਰਟਮੈਂਟ ਵਾਲਿਆਂ ਨੇ ਸੜਕਾਂ ਦੇ ਉੱਤੇ ਪੇਪਰ ਬਲਾਕ ਲਗਾਉਣੇ ਸ਼ੁਰੂ ਕੀਤੇ, ਇਹਨਾਂ ਨੇ ਦਰਖਤਾਂ ਨੂੰ ਬਿਲਕੁਲ ਘੁੱਟ ਦਿੱਤਾ, ਉਹਨਾਂ ਦਾ ਗਲਾ ਘੁੱਟ ਦਿੱਤਾ ਤੇ ਉਹ ਗਲਾ ਘੁੱਟਣ ਦੇ ਕਾਰਨ ਦਰਖਤਾਂ ਦੀ ਡਿਵੈਲਪਮੈਂਟ ਦੇ ਵਿੱਚ ਬਿਲਕੁਲ ਵਿਘਨ ਆਉਣਾ ਸ਼ੁਰੂ ਹੋ ਗਿਆ ਤੇ ਦਰਖਤਾਂ ਦੀ ਡੈਥ ਹੋਣੀ ਸ਼ੁਰੂ ਹੋ ਗਈ। ਉਹਨਾਂ ਨੂੰ ਗਲਾ ਘੁੱਟਣ ਦੇ ਨਾਲ ਉਹਨਾਂ ਦੀ ਏਰੀਏਸ਼ਨ ਨਹੀਂ ਜੜ੍ਹਾਂ ਦੀ ਹੁੰਦੀ, ਨਾ ਹੀ ਉਹਨਾਂ ਨੂੰ ਪਾਣੀ ਲੱਗਦਾ ਇਹ ਜੜ੍ਹਾਂ ਨੂੰ। ਤੇ ਜਿਹੜਾ ਸਾਨੂੰ ਕਾਫੀ ਦੇਰ ਤੋਂ ਇਹ ਖਟਕ ਰਿਹਾ ਸੀ ਵੀ ਇਹ ਗਲਤ ਕਰ ਰਹੇ ਨੇ ਤੇ ਇਹ ਗਲਤੀ ਨੂੰ ਅਸੀਂ ਇਹਨਾਂ ਨੂੰ 2018 ਦੇ ਵਿੱਚ ਵੀ ਪੁਆਇੰਟ ਆਊਟ ਕੀਤਾ ਸੀ ਵੀ ਤੁਸੀਂ ਗਲਤ ਕਰ ਰਹੇ ਹੋ, ਵੀ ਕੁਛ ਜਗ੍ਹਾ ਤਾਂ ਦਰਖਤ ਦੇ ਆਲੇ ਦੁਆਲੇ ਖਾਲੀ ਜਗ੍ਹਾ ਛੱਡੋ ਤੇ ਪਰੰਤੂ ਇਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਇਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ, ਵੀ ਹੈਡ ਮੈਟ ਦੀ ਵੇਰੀਅਸ ਕਮਿਸ਼ਨਰਸ, ਵੇਰੀਅਸ ਚੀਫ ਐਡਮਿਨਿਸਟ੍ਰੇਟਰਸ। ਸਾਨੂੰ ਬੜੇ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਵੀ ਅੱਜ ਕੱਲ੍ਹ ਦੀ ਬਿਊਰੋਕ੍ਰੇਸੀ ਜਾਂ ਟੈਕਨੋਕ੍ਰੇਸੀ ਸਿਰਫ ਇਸ ਪੁਆਇੰਟ 'ਤੇ ਕੰਮ ਕਰਦੀ ਹੈ ਵੀ ਸਾਡੀ ਤਾਂ 1 ਸਾਲ ਦੀ ਪੋਸਟਿੰਗ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੇ ਇੱਦਾਂ ਦੇ ਜਵਾਬ ਅਸੀਂ ਜਦੋਂ ਚੀਫ ਐਡਮਿਨਿਸਟ੍ਰੇਟਰ ਜਾਂ ਕਮਿਸ਼ਨਰ ਤੋਂ ਸੁਣੇ ਤੇ ਸਾਨੂੰ ਲੱਗਿਆ ਵੀ ਕੋਈ ਇਸ ਦਾ ਹੱਲ ਨਹੀਂ ਆ, ਕੋਈ ਦਰਖਤਾਂ ਨੂੰ ਨਿਆਂ ਨਹੀਂ ਮਿਲੇਗਾ। ਅਸੀਂ ਫਿਰ ਉਸ ਤੋਂ ਬਾਅਦ 'ਚ NGT ਦੇ ਵਿੱਚ ਆਪਣਾ ਕੇਸ ਪਾਇਆ ਵੀ ਦਰਖਤਾਂ ਦੇ ਆਲੇ ਦੁਆਲੇ ਕੁਛ ਜਗ੍ਹਾ ਤਾਂ ਖਾਲੀ ਜਗ੍ਹਾ ਛੱਡਣੀ ਚਾਹੀਦੀ ਹੈ। ਅਸੀਂ 2019 ਦੇ ਵਿੱਚ ਉਹ ਕੇਸ ਪਾਇਆ ਸੀਗਾ ਤੇ 26/11/2019 ਨੂੰ ਉਸ ਦਾ ਫੈਸਲਾ ਹੋਇਆ। NGT ਦੇ 5 ਮੈਂਬਰੀ ਟ੍ਰਿਬਿਊਨਲ ਨੇ ਫੈਸਲਾ ਕੀਤਾ ਵੀ ਦਰਖਤਾਂ ਦੇ ਆਲੇ ਦੁਆਲੇ ਘੱਟੋ ਘੱਟ ਦਰਖਤ ਦੀ ਸਕਿਨ ਤੋਂ 1 ਮੀਟਰ ਜਗ੍ਹਾ ਖਾਲੀ ਘੱਟੋ ਘੱਟ ਛੱਡਣੀ ਚਾਹੀਦੀ ਹੈ ਚਾਰੋਂ ਪਾਸੇ, ਅਤੇ ਜਿੱਥੇ ਵੀ ਇਹ ਆਲਰੇਡੀ ਬਿਚੂਮਨ ਜਾਂ ਤੁਸੀਂ ਕੰਕਰੀਟ ਜਾਂ ਪੇਵਰ ਬਲਾਕ ਲਗਾਏ ਉਹਨਾਂ ਨੂੰ ਤੁਰੰਤ ਰਿਮੂਵ ਕੀਤਾ ਜਾਵੇ। ਉਸ ਤੋਂ ਬਾਅਦ 'ਚ ਉਹਨਾਂ ਨੇ ਰਿਹਾ ਵੀ ਦਰਖਤਾਂ ਦੀ ਟ੍ਰਿਮਿੰਗ ਤੋਂ ਬਿਨਾਂ ਹੋਰ ਕੋਈ ਵੀ ਇਹਦੀ ਕਟਿੰਗ ਦਰਖਤਾਂ ਦੀ ਨਹੀਂ ਹੋ ਸਕਦੀ ਤੇ ਦਰਖਤਾਂ ਦੇ ਉੱਤੇ ਜਿੰਨੇ ਵੀ ਸਾਈਨ ਬੋਰਡ ਲੱਗੇ ਨੇ ਜਾਂ ਇਲੈਕਟ੍ਰਿਕ ਕੇਬਲਸ ਲੋਕਾਂ ਨੇ ਟੰਗੀਆਂ ਹੋਈਆਂ ਜਾਂ ਕੇਬਲ ਆਪਰੇਟਰਸ ਨੇ ਕੇਬਲਸ ਆਪਣੇ ਟੰਗੀਆਂ, ਉਹਨਾਂ ਨੂੰ ਤੁਰੰਤ ਰਿਮੂਵ ਕੀਤਾ ਜਾਵੇ ਅਤੇ ਉਹਨਾਂ ਸਾਰੇ ਜਿੰਨੇ ਵੀ ਉਹਨਾਂ ਦੇ ਹੈਗੇ ਨੇ ਅਥਾਰਟੀ ਜਿਨ੍ਹਾਂ ਨੇ ਟੰਗੀਆਂ ਨੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਵੇ। ਇਹ ਆਰਡਰਸ ਦੇ ਵਿੱਚ ਬੜਾ ਕਲੀਅਰ ਆਰਡਰ ਸੀਗਾ। ਇਹ ਆਰਡਰ ਅਸੀਂ ਜਦੋਂ MC ਦੇ ਨੋਟਿਸ ਵਿੱਚ ਲਿਆਂਦਾ ਗਿਆ ਤੇ MC ਨੇ ਫਾਰਮਲੀ ਆਰਡਰ ਤਾਂ ਇਸ਼ੂ ਕਰ ਦਿੱਤੇ, ਇੱਦਾਂ ਹੀ ਗਮਾਡਾ ਨੇ ਵੀ ਫਾਰਮਲੀ ਆਰਡਰ ਇਸ਼ੂ ਕਰ ਦਿੱਤੇ, ਪਰ ਉਹਦੀ ਕੋਈ ਕੰਪਲਾਇੰਸ ਅੱਜ ਤੱਕ ਨਹੀਂ ਹੋਈ। ਮਿਨਾ ਸਾਹਿਬ, ਤੁਹਾਡੀ ਗੱਲ ਵਿੱਚ ਹੈਗੀ ਹੈ। ਅਸੀਂ ਅਕਸਰ ਇਹ ਦੇਖਦੇ ਹੈਗੇ ਆ ਕਿ ਜਿਹੜੇ ਆਰਡਰਸ ਹੁੰਦੇ ਨੇ ਉਹਨਾਂ ਨੂੰ ਅੱਗੇ ਇੰਪਲੀਮੈਂਟੇਸ਼ਨ ਕੀਤੀ ਹੀ ਨਹੀਂ ਜਾਂਦੀ ਉਹਨਾਂ ਦੀ। ਆਖਿਰ ਇਹਦੇ ਪਿੱਛੇ ਕੀ ਵੱਡਾ ਕਾਰਨ ਮੰਨਦੇ ਹੋ ਤੁਸੀਂ? ਦੇਖੋ, ਤੁਹਾਨੂੰ ਮੈਂ ਜਿਹੜੀ ਪਹਿਲਾਂ ਗੱਲ ਕਹਿ ਕੇ ਹਟਿਆ ਵੀ ਅਸੀਂ ਤਾਂ ਇਸ ਮਾਮਲੇ ਦੇ ਵਿੱਚ
ਘੱਟੋ ਘੱਟ 2-3 ਚੀਫ ਐਡਮਿਨਿਸਟ੍ਰੇਟਰਸ ਨੂੰ ਮਿਲ ਚੁੱਕੇ ਹਾਂ, ਘੱਟੋ ਘੱਟ 2-3 ਕਮਿਸ਼ਨਰਸ ਨੂੰ ਮਿਲ ਚੁੱਕੇ ਹਾਂ। ਬਿਊਰੋਕਰੇਸੀ ਦਾ ਅੱਜ ਕੱਲ੍ਹ ਕੰਮ ਕਰਨ ਦਾ ਤਰੀਕਾ ਜਾਂ ਅਫਸਰਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਹੋਰ ਤਰ੍ਹਾਂ ਦਾ ਹੋ ਗਿਆ। ਉਹਨਾਂ ਦੀ ਥਿੰਕਿੰਗ ਇਹ ਆ ਵੀ ਅਸੀਂ ਤਾਂ 1 ਸਾਲ ਲਈ ਪੋਸਟਿੰਗ ਸਾਡੀ ਹੋਈ, 1 ਸਵਾ ਸਾਲ ਬਾਅਦ ਸਾਡੀ ਬਦਲੀ ਹੋ ਜਾਣੀ ਆ, ਸਾਨੂੰ ਕੋਈ ਕੁਛ ਨਹੀਂ ਕਹਿੰਦਾ, ਠੀਕ ਆ, ਸਾਡਾ ਟਾਈਮ ਲੰਘ ਜੂਗਾ, ਉਸ ਤੋਂ ਬਾਅਦ 'ਚ ਨਵਾਂ ਆ ਕੇ ਆਪ ਹੀ ਦੇਖੀ ਜਾਊਗਾ। ਇਹ ਟੈਂਡੈਂਸੀ ਆਉਣ ਦੇ ਨਾਲ ਕੰਮ ਜਾਂ ਕੋਰਟ ਦੇ ਆਰਡਰਸ ਦੀ ਕੰਪਲਾਇੰਸ ਹੋਣੀ ਬਿਲਕੁਲ ਹੀ ਬੰਦ ਹੋ ਗਈ ਹੈ। ਅਤੇ ਨੋਬਡੀ ਇਜ਼ ਬੋਦਰਡ ਵੀ ਕੋਰਟ ਕੀ ਕਹਿੰਦੀ ਆ ਜਾਂ ਲੋਕਾਂ ਦੀ ਹਿੱਤ ਵਿੱਚ ਕੀ ਹੈਗਾ ਹੈ, ਕਿਸੇ ਵੱਲੋਂ ਕੋਈ ਇਸ ਚੀਜ਼ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਅਤੇ ਜਦੋਂ ਇਹ ਸਾਡੇ ਇਹਨਾਂ ਆਰਡਰਸ ਦੀ ਕੋਈ ਕੰਪਲਾਇੰਸ ਨਹੀਂ ਹੋਈ ਅਤੇ ਅਸੀਂ ਹੁਣ ਰੀਸੈਂਟਲੀ ਇਹਨਾਂ ਨੂੰ NGT ਐਕਟ ਦੇ ਅੰਡਰ ਨੋਟਿਸ ਦੇ ਦਿੱਤਾ ਵੀ ਅਸੀਂ ਫਰਦਰ ਪ੍ਰੋਸੀਕਿਊਸ਼ਨ ਦੇ ਲਈ ਜਾਵਾਂਗੇ। ਉਹਦੇ NGT ਐਕਟ ਦੇ ਵਿੱਚ ਹੀ ਇੱਕ ਬੜੀ ਸਟ੍ਰਿੰਜੈਂਟ ਪ੍ਰੋਵੀਜ਼ਨ ਹੈ ਵੀ ਜਿਹੜਾ ਹੈੱਡ ਆਫ ਦੀ ਡਿਪਾਰਟਮੈਂਟ ਹੈ ਅਤੇ ਚੀਫ ਇੰਜੀਨੀਅਰ ਹੈ ਉਹਨਾਂ ਨੂੰ ਪਰਸਨਲੀ ਪ੍ਰੋਸੀਕਿਊਟ ਕੀਤਾ ਜਾਊਗਾ ਜੇ ਉਹ ਨਹੀਂ ਇਹਨਾਂ ਆਰਡਰਸ ਦੀ ਕੰਪਲਾਇੰਸ ਵਿਦ ਨਹੀਂ ਕੀਤੀ ਕਰਦੇ। ਆਰਡਰਸ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਰਡਰ ਦੇ ਵਿੱਚ ਵੀ ਲਿਖਿਆ ਵੀ ਚੀਫ ਐਡਮਿਨਿਸਟ੍ਰੇਟਰ, ਕਮਿਸ਼ਨਰ ਅਤੇ ਚੀਫ ਇੰਜੀਨੀਅਰ ਪਰਸਨਲੀ ਇਹਨਾਂ ਆਰਡਰਸ ਦੀ ਕੰਪਲਾਇੰਸ ਦੇ ਲਈ ਜ਼ਿੰਮੇਵਾਰ ਹੋਣਗੇ। ਪਰੰਤੂ ਹੁਣ ਆਰਡਰ ਅਸੀਂ ਨੋਟਿਸ ਇਸ਼ੂ ਕੀਤਾ ਹੈ, ਇਹ NGT ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਉਹਨਾਂ ਦੀ ਪਰਸਨਲ ਪ੍ਰੋਸੀਕਿਊਸ਼ਨ ਦੇ ਲਈ ਉਹਨਾਂ ਨੂੰ ਇਨ ਪਰਸਨ 3 ਸਾਲ ਦੀ ਕੈਦ ਅਤੇ ਅਪ ਟੂ 10 ਕਰੋੜ ਰੁਪਏ ਦਾ ਫਾਈਨ ਕੀਤਾ ਜਾ ਸਕਦਾ ਹੈ NGT ਐਕਟ ਦੇ ਵਿੱਚ। ਅਤੇ ਜੇ ਫਰਦਰ ਨੋਨ ਕੰਪਲਾਇੰਸ ਕੰਟੀਨਿਊ ਕਰਦੀ ਹੈ ਅਤੇ 25,000 ਰੁਪਏ ਪਰ ਡੇ ਫਾਈਨ ਹੈ। ਉਹਨਾਂ ਨੇ ਆਪਣੇ ਆਪ ਪ੍ਰੂਵ ਕਰਨਾ ਵੀ ਕਿਹੜੇ ਅਫਸਰ ਨੇ ਇਹ ਕੰਪਲਾਇੰਸ ਨਹੀਂ ਕੀਤੀ। ਅਤੇ ਇਸ ਕਰਕੇ ਹੁਣ ਅਸੀਂ ਤਾਂ ਆਪਣੇ ਵੱਲੋਂ ਨੋਟਿਸ ਦੇ ਦਿੱਤਾ ਹੈ, ਉਹ ਨੋਟਿਸ ਦੇ ਲਈ ਕੁਛ ਟਾਈਮ ਸਾਨੂੰ ਵੇਟ ਕਰਨਾ ਪਊਗਾ। ਅਸੀਂ ਫਿਰ ਦੁਬਾਰਾ ਕੋਰਟ ਵਿੱਚ ਜਾਵਾਂਗੇ ਵੀ ਕੰਪਲਾਇੰਸ ਨਹੀਂ ਹੋ ਅਤੇ ਇਹਨਾਂ ਨੂੰ ਪਨਿਸ਼ਮੈਂਟ ਅਤੇ ਦਿੱਤੀ ਜਾਵੇ ਅਤੇ ਪੈਨਲਟੀ ਪਾਈ ਜਾਵੇ। ਮੀਨਾ ਸਾਹਿਬ, ਜੇ ਆਪਾਂ ਪੂਰੇ ਮੋਹਾਲੀ ਦੀ ਗੱਲ ਕਰੀਏ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਪਾਰਕਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਦਰਖਤ ਕਾਫੀ ਜ਼ਿਆਦਾ ਨੇੜੇ ਲੱਗੇ ਹੁੰਦੇ ਨੇ, ਤਕਰੀਬਨ 10 ਜਾਂ 12 ਫੁੱਟ ਦੀ ਉਹਦੇ 'ਤੇ ਆ। ਕੀ ਲੱਗਦਾ ਤੁਹਾਨੂੰ ਕਿੰਨੇ ਕੁ ਪਰਸੈਂਟੇਜ ਆ ਜਿਹੜੀ ਦਰਖਤਾਂ ਦੀ ਇਸ ਵਕਤ ਜਾਂ ਬਿਮਾਰ ਹੈ ਜਾਂ ਮਰਨ ਕੰਢੇ ਹੈ? ਦੇਖੋ, ਦਰੱਖਤਾਂ ਦੇ ਵੱਲ ਕਿਸੇ ਵੀ ਅਥਾਰਟੀ ਦਾ ਕੋਈ ਧਿਆਨ ਨਹੀਂ ਹੈਗਾ। ਦਰੱਖਤਾਂ 'ਤੇ ਕੀੜਾ ਲੱਗਦਾ, ਕਿਸੇ ਦਾ ਕੋਈ ਧਿਆਨ ਨਹੀਂ। ਦਰੱਖਤਾਂ ਦੇ ਉੱਤੇ ਸਿਉਂਕ ਲੱਗੀ ਆ, ਕਿਸੇ ਦਾ ਕੋਈ ਧਿਆਨ ਨਹੀਂ। ਵਰਚੁਅਲੀ ਹਾਰਟੀਕਲਚਰ ਡਿਪਾਰਟਮੈਂਟ ਹੀ ਮਿਸਿੰਗ ਹੈ ਸਾਰੀਆਂ ਅਥਾਰਟੀਜ਼ ਦੇ ਵਿੱਚ। ਹਾਰਟੀਕਲਚਰ ਵੱਲ ਕਿਸੇ ਦਾ ਵੀ ਧਿਆਨ ਹੈ ਨਹੀਂ ਅਥਾਰਟੀਜ਼ ਦਾ। ਅਤੇ ਦਰੱਖਤਾਂ ਨੂੰ ਦੀ ਦੇਖਭਾਲ ਦੇ ਬਾਬਤ ਕੋਈ ਕਿਸੇ ਨੂੰ ਕੋਈ ਬੋਦਰੇਸ਼ਨ ਨਹੀਂ ਆ। ਉਹ ਆਪਣੇ ਆਪਣੇ ਕੰਮ ਸਿਰਫ ਇੱਕ ਪੱਥਰ ਲਗਾਉਣ ਦੇ ਵਿੱਚ ਲੱਗੇ ਹੋਏ ਨੇ ਸਾਰੇ, ਹੋਰ ਕੋਈ ਕਿਸੇ ਨੂੰ ਬੋਦਰੇਸ਼ਨ ਨਹੀਂ ਵੀ ਦਰਖਤ ਮਰਦਾ ਜਾਂ ਜੀਂਦਾ ਹੈ। ਅਤੇ ਮੀਨਾ ਸਾਹਿਬ, ਜੇ ਪੰਜਾਬ ਸਰਕਾਰ ਦਾ ਇੱਕ ਅਦਾਰਾ ਵੀ ਹੈ, ਜੰਗਲਾਤ ਮਹਿਕਮਾ ਹੈਗਾ, ਸਾਧੂ ਸਿੰਘ ਧਰਮਸੋਤੇ ਦੇ ਮਿਨਿਸਟਰ ਹੈਗੇ ਨੇ, ਕੀ ਉਹਨਾਂ ਤੱਕ ਅਪਰੋਚ ਕੀਤੀ ਗਈ ਤੁਹਾਡੇ ਵੱਲੋਂ? ਦੇਖੋ, ਜਦੋਂ ਸਾਡੀ ਇਹ ਕਮੇਟੀ NGT ਵੱਲੋਂ ਬਣਾਈ ਗਈ ਸੀ, ਉਹਦੇ ਵਿੱਚ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਫੋਰੈਸਟ, ਡਾਇਰੈਕਟਰ ਟਾਊਨ ਕੰਟਰੀ ਪਲੈਨਿੰਗ ਅਤੇ MC ਵਾਲੇ ਸਾਰੇ ਅਫਸਰ ਪ੍ਰੈਜ਼ੈਂਟ ਸੀਗੇ ਅਤੇ ਮੈਂ ਵੀ ਉਹ ਕਮੇਟੀ ਦੀਆਂ ਮੀਟਿੰਗ ਸਾਰੀਆਂ ਅਟੈਂਡ ਕੀਤੀਆਂ ਨੇ। ਅਤੇ ਪਰੰਤੂ ਜਿਹੜੇ ਅਰਬਨ ਏਰੀਆਜ਼ ਦੇ ਵਿੱਚ ਟਰੀਜ਼ ਲੱਗੇ ਨੇ ਉਹਦੇ ਵਿੱਚ ਫੋਰੈਸਟ ਡਿਪਾਰਟਮੈਂਟ ਦਾ ਜ਼ਿਆਦਾ ਕੰਟਰੋਲ ਨਹੀਂ ਆ। ਇਹ ਆਪਣੀ ਅਰਬਨ ਲੋਕਲ ਬਾਡੀਜ਼ ਨੂੰ ਹੀ ਧਿਆਨ ਦੇਣਾ ਬਣਦਾ ਹੈ ਅਤੇ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ ਕਿ ਸਾਰੇ ਦਰੱਖਤਾਂ ਦੀ ਦੇਖਭਾਲ ਆਪਣੇ ਲੈਵਲ 'ਤੇ ਕਰਨ। ਮੀਨਾ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਇੰਨੀ ਛੇਤੀ ਇਹ ਗੱਲ ਹੋ ਜਾਏਗੀ ਕਿ ਕੋਰਟ ਨੇ ਆਰਡਰ ਕੀਤੇ ਜਾਂ NGT ਨੇ ਆਰਡਰ ਕੀਤੇ ਅਤੇ ਜਿਹੜੇ ਅਫਸਰ ਬੈਠੇ ਨੇ ਸਰਕਾਰੀ ਉਹ ਮੰਨ ਲੈਣਗੇ? ਤੁਹਾਨੂੰ ਨਹੀਂ ਲੱਗਦਾ ਕਿ ਇੱਕ ਲੰਬੀ ਲੜਾਈ ਤੁਹਾਨੂੰ ਲੜਨੀ ਪੈਣੀ ਹੈ? ਬਿਲਕੁਲ, ਅਸੀਂ ਲੰਬੀ ਲੜਾਈ ਲੜਨ ਦੇ ਲਈ ਬਿਲਕੁਲ ਤਿਆਰ ਬੈਠੇ ਹਾਂ। ਅਸੀਂ ਦੁਬਾਰਾ NGT ਨੂੰ ਜਾਂ ਕੋਰਟ ਨੂੰ ਅਪਰੋਚ ਕਰਾਂਗੇ ਤਾਂ ਕਿ ਜਿਹੜੇ ਅਫਸਰਾਂ ਨੇ ਇਹਦੀ ਕੰਪਲਾਇੰਸ ਨਹੀਂ ਕੀਤੀ ਉਹਨਾਂ ਨੂੰ 3 ਸਾਲ ਦੀ ਸਜ਼ਾ ਦਿੱਤੀ ਜਾਵੇ ਅਤੇ 10 ਕਰੋੜ ਦਾ ਫਾਈਨ ਪਾਇਆ ਜਾਵੇ। ਅਤੇ ਜੇ ਫਰਦਰ ਕੰਪਲਾਇੰਸ ਨਹੀਂ ਕਰਦੇ ਤਾਂ 25,000 ਰੁਪਏ ਪਰ ਡੇ ਦਾ ਫਾਈਨ ਉਹਨਾਂ ਦੇ ਪਾਇਆ ਜਾਵੇ। ਬਹੁਤ ਬਹੁਤ ਸ਼ੁਕਰੀਆ ਮੀਨਾ ਸਾਹਿਬ। ਸੋ ਇਹ ਸਨ ਮਿਨਹਾਸ ਸਾਹਿਬ ਜੋ ਕਿ ਵਾਤਾਵਰਨ ਪ੍ਰੇਮੀ ਹੈਗੇ ਨੇ ਅਤੇ ਇਹ ਗੱਲ ਇਹਨਾਂ ਨੂੰ ਖਟਕ ਰਹੀ ਸੀ। ਦਰਖਤਾਂ ਦੀ ਗੱਲ ਕਰੀਏ ਤਾਂ ਆਪਾਂ ਤਾਂ ਸ਼ਿਵ ਕੁਮਾਰ ਬਟਾਲਵੀ ਨੇ ਵੀ ਦਰਖਤਾਂ ਦੇ ਉੱਤੇ ਗੀਤ ਲਿਖਿਆ ਹੈ ਕਿ ਕੁਝ ਰੁੱਖ ਮੇਰੀਆਂ ਮਾਵਾਂ ਵਰਗੇ, ਕੁਝ ਰੁੱਖ ਲੱਗਦੇ ਪੁੱਤਾਂ। ਸੋ ਦਰਖਤਾਂ ਦਾ ਇੱਕ ਬਹੁਤ ਹੀ ਵੱਡਾ ਅਹਿਮ ਯੋਗਦਾਨ ਹੈ ਸਾਡੀ ਜ਼ਿੰਦਗੀ ਦੇ ਵਿੱਚ। ਜਿਸ ਤਰ੍ਹਾਂ ਇੱਕ ਇਨਸਾਨੀ ਸਰੀਰ ਨੂੰ ਹੈਲਦੀ ਰੱਖਣ ਵਾਸਤੇ ਇੱਕ ਹੈਲਦੀ ਫੇਫੜਿਆਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਉਹਦੇ ਵਾਸਤੇ ਆਕਸੀਜਨ ਖਿੱਚਦੇ ਹੈਗੇ ਨੇ, ਉਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਹੈਲਦੀ ਜੋ ਵਾਤਾਵਰਨ ਹੈਗਾ ਉਹ ਰੱਖਣ ਵਾਸਤੇ ਦਰਖਤ ਵੀ ਹੈਲਦੀ ਚਾਹੀਦੇ ਹੈਗੇ ਨੇ ਤਾਂ ਕਿ ਉਹ ਸਾਡੇ ਵਾਸਤੇ ਆਕਸੀਜਨ ਜਿਹੜੀ ਉਹ ਪ੍ਰੋਡਿਊਸ ਕਰ ਸਕਣ। ਅਤੇ ਹੋਰ ਜੋ ਵਾਤਾਵਰਨ ਦੇ ਵਿੱਚ ਕਮੀਆਂ ਹੁੰਦੀਆਂ ਹਨ ਉਹ ਵੀ ਦਰਖਤ ਜਿਹੜੇ ਹੈਗੇ ਨੇ ਉਹ ਦੂਰ ਕਰ ਦਿੰਦੇ ਨੇ। ਦੇਖਦੇ ਹਾਂ ਅੱਗੇ ਕਿ ਜੋ ਕੰਪਲਾਇੰਸ ਹੈਗੀ ਹੈ NGT ਵੱਲੋਂ ਜੋ ਆਰਡਰ ਆਏ ਨੇ, ਜੋ ਕੋਰਟ ਵੱਲੋਂ ਆਰਡਰ ਹੈਗੇ ਨੇ, ਉਹਨਾਂ ਦੀ
ਇੰਪਲੀਮੈਂਟੇਸ਼ਨ ਹੁੰਦੀ ਹੈ ਕਿ ਨਹੀਂ। 26 ਜਨਵਰੀ ਦੀ ਗੱਲ ਕਰੀਏ ਤਾਂ 26 ਜਨਵਰੀ ਮੋਹਾਲੀ ਦੇ ਵਿੱਚ ਬੀਪੀ ਬਦਨੌਰ ਜੋ ਕਿ ਪ੍ਰਸ਼ਾਸਕ ਹੈਗੇ ਨੇ ਚੰਡੀਗੜ੍ਹ ਦੇ ਤੇ ਗਵਰਨਰ ਹੈਗੇ ਨੇ ਪੰਜਾਬ ਦੇ, ਉਹਨਾਂ ਵੱਲੋਂ ਝੰਡਾ ਫਹਿਰਾਇਆ ਗਿਆ ਸੀ ਤੇ ਉੱਥੇ ਜੋ ਝਾਂਕੀਆਂ ਨਿਕਲੀਆਂ ਸੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਝਾਂਕੀ ਦਾ ਮਿਲਿਆ ਸੀ ਜੋ ਧਰਮਸੋਤ ਜੀ ਦਾ ਮਹਿਕਮਾ ਹੈਗਾ, ਜੰਗਲਾਤ ਮਹਿਕਮਾ, ਉਸ ਨੂੰ ਦਿੱਤਾ ਗਿਆ ਸੀ। ਉਹਦਾ ਮੁੱਖ ਕਾਰਨ ਇਹ ਸੀ ਕਿ ਉਹਨਾਂ ਨੇ ਪਲਾਂਟੇਸ਼ਨ ਬਹੁਤ ਜ਼ਿਆਦਾ ਕੀਤੀ ਹੈ ਪਿਛਲੇ 3 ਸਾਲ ਦੇ ਵਿੱਚ। ਉਹਨਾਂ ਵੱਲੋਂ ਇਹ ਆંકੜੇ ਪੇਸ਼ ਕੀਤੇ ਗਏ, ਪਰੰਤੂ ਪਲਾਂਟੇਸ਼ਨ ਕਰਨ ਤੋਂ ਬਾਅਦ ਉਹ ਇਹ ਨਹੀਂ ਦੇਖਦੇ ਕਿ ਜਿਹੜਾ ਉਹ ਦਰਖਤ ਹੈ, ਉਹ ਬੂਟਾ ਹੈ, ਉਹ ਦਰਖਤ ਬਣਦਾ ਹੈ ਕਿ ਨਹੀਂ, ਜਾਂ ਰਾਹ ਦੇ ਵਿੱਚ ਹੀ ਸੁੱਕ ਕੇ ਮਰ ਜਾਂਦਾ ਹੈ, ਸੜ ਕੇ ਮਰ ਜਾਂਦਾ ਹੈ, ਜਾਂ ਬਿਨਾਂ ਸਾਹ ਲਏ ਉਹਦਾ ਸਾਹ ਕੁੱਟਿਆ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦੀ ਸਾਨੂੰ ਆਲੇ ਦੁਆਲੇ ਆਪਣੀ ਲੋੜ ਪਵੇਗੀ। ਹਮੇਸ਼ਾ ਖਿਆਲ ਰੱਖੋ, ਵਾਤਾਵਰਨ ਪ੍ਰੇਮੀ ਬਣੋ ਤਾਂ ਕਿ ਸਾਡਾ ਆਲਾ ਦੁਆਲਾ ਜੋ ਆਉਂਦੇ ਦਿਨਾਂ ਦੇ ਵਿੱਚ ਇਹ ਸਾਫ਼ ਤੇ ਹੈਲਦੀ ਰਹਿ ਸਕੇ। ਕੈਮਰਾਮੈਨ ਰਜਤ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।